वाहिगुरु 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 राजे पाप कमावदे राजे पाप कमावदे राजे पाप कमावदे उल्टी वाड़ खेत को खाई उल्टी वाड़ खेत को खाई राजे पाप कमावदे राजे पाप कमावदे कल आई कुत्ते मुही खाज हुआ मुर्दार गुसाई खाज हुआ मुर्दार गुसाई उल्टी बार खेत को खाई उल्टी बार खेत को खाई राजे पाप कमावदे राजे पाप कमावदे सत मुखों अलाई कोड़ कुसत मुखों अलाई चेले साज बजाए दे नचन गुरु बहुत विद भाई नचन गुरु बहुत विद पाई उल्टी मार खेत को खाई उल्टी मार खेत को खाई राजे पाप कमावदे राजे पाप कमावदे सेवक बैठन करा विच गोरे उठ करी ते नाले जाई गोरे उठ करी ते नाले जाई काजी हो रिश्वती रिश्वती वड्डी लेके हक गवाई वड्डी
ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੋਈ ਫਤਿਹ। ਪ੍ਰਵਾਨ ਕਰਿਓ ਜਿਨ੍ਹਾਂ ਸਰੀਰ ਗੁਰੂ ਲਈ ਪੰਥਕ ਹੋਕੇ ਦੇ ਰੂਪ ਵਿੱਚ ਇੱਥੇ ਇਕੱਤਰ ਹੋਏ ਹੋ। ਜਿਨ੍ਹਾਂ ਜਿਨ੍ਹਾਂ ਦੇ ਕੰਨਾਂ 'ਚ ਆਵਾਜ਼ ਪੈ ਰਹੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 328 ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ, ਜਿਨ੍ਹਾਂ ਨੂੰ ਬਾਦਲ ਕੋੜਮੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰੀ ਬੈਠਾ ਹੈ, ਉਸ ਟੱਬਰ ਵੱਲੋਂ, ਉਸ ਕੋੜਮੇ ਵੱਲੋਂ, ਉਸ ਦਲ ਵੱਲੋਂ ਹੁਣ ਤੱਕ ਇਹ ਸੁਣਿਆ ਗੁਰਦੁਆਰਿਆਂ ਦੀਆਂ ਜ਼ਮੀਨਾਂ ਖਾ ਗਏ, ਦਾਲਾਂ ਖਾ ਗਏ, ਲੰਗਰ ਖਾ ਗਏ, ਕੜਾਹ ਪ੍ਰਸ਼ਾਦ ਖਾ ਗਏ, ਲੰਗਰਾਂ ਦੇ ਬਾਲਣ ਖਾ ਗਏ। ਪਰ ਅੱਜ ਇਹ ਸੁਣਿਆ ਕਿ ਬਾਦਲ ਕੋੜਮਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲੈਕ ਵਿੱਚ ਵੇਚ ਕੇ ਖਾ ਗਏ। ਇਹ ਸੁਣਿਆ ਜੀ ਅੱਜ। ਔਰ ਉਸ ਮੁਕੱਦਮੇ ਨੂੰ ਦਰਜ ਕਰਾਉਣ ਲਈ ਅੱਜ ਸਾਨੂੰ 2 ਮਹੀਨਿਆਂ ਤੋਂ ਇੰਨੀ ਠੰਡ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਅਸੀਂ ਹੋਕਾ ਦੇ ਰਹੇ ਹਾਂ, ਪੰਥਕ ਹੋਕਾ, ਸਰਕਾਰ ਜੀ ਇਹ ਮੁਕੱਦਮਾ ਦਰਜ ਕਰ ਦਿਓ, ਮੁਕੱਦਮਾ ਦਰਜ ਕਰ ਦਿਓ। ਕਿਸੇ ਪੁਲਿਸ ਪ੍ਰਸ਼ਾਸਨ, ਕਿਸੇ ਕੈਪਟਨ ਸਰਕਾਰ ਦੇ ਕੰਨ ਤੇ ਜੋ ਤੱਕ ਨਹੀਂ ਸਰਕੀ। 2 ਮਹੀਨੇ ਹੋ ਗਏ ਆ ਸਾਨੂੰ ਠੰਡ 'ਚ ਬੈਠਿਆਂ ਨੂੰ। ਕਸੂਰ ਕੀ ਹੈ ਸਾਡਾ? ਅਸੀਂ ਕੋਈ ਕਿਹੜੀ ਐਸੀ ਮੰਗ ਰੱਖ ਦਿੱਤੀ ਵੀ ਜਿਹੜੀ ਸਰਕਾਰ ਲਈ ਬਹੁਤ ਔਖੀ? ਤੇ ਮੈਂ ਅੱਜ ਜਿੱਥੇ ਉਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ, ਸਿੱਖ ਸਦਭਾਵਨਾ ਦਲ ਵੱਲੋਂ, ਗੁਰਦੁਆਰਾ ਅਕਾਲ ਬੁੰਗਾ ਸਾਹਿਬ ਬਾਬਾ ਫੌਜਾ ਸਿੰਘ ਜੀ ਤੇ ਸੰਗਤਾਂ ਵੱਲੋਂ ਅਸੀਂ ਫੈਸਲਾ ਕਰ ਲਿਆ ਕਿ ਜਿਹੜਾ ਪੰਜਾਬ ਸਰਕਾਰ ਦਾ ਮੰਤਰੀ ਮੰਡਲ ਹੈ, ਜੇ ਪਹਿਲਾਂ ਕੈਪਟਨ ਸਾਹਿਬ ਦੇ ਮੋਤੀ ਮਹਿਲ ਪਹੁੰਚਦੇ ਆ ਤਾਂ ਉਹਨੇ ਇਹ ਬਹਾਨਾ ਮਾਰਨਾ ਵੀ ਮੈਂ ਮੰਤਰੀ ਮੰਡਲ ਨਾਲ ਗੱਲ ਕਰਾਂਗਾ। ਅਸੀਂ ਸੋਚਿਆ ਵੀ ਪਹਿਲਾਂ ਮੰਤਰੀ ਮੰਡਲ ਤੇ ਸਪੀਕਰ ਸਾਹਿਬ ਸਾਰਿਆਂ ਕੋਈ ਜਾਇਆ ਜਾਏ, ਵੀ ਤੁਸੀਂ ਖੁਦ ਸਪੀਕਰ ਹੋ। ਇਹ ਕਹਿ ਲਈਏ ਪੰਜਾਬ ਦੇ ਲੋਕਾਂ ਦੀ ਆਵਾਜ਼ ਤੁਸੀਂ ਹੋ, ਤੇ ਜੇ ਸਪੀਕਰ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਲ ਕੇ ਆਪਣੀ ਆਵਾਜ਼ ਲਈ ਉਹਦੀ ਬਲੀ ਦੇਦਾ ਤਾਂ ਫਿਰ ਤਾਂ ਉਲਟੀ ਵਾੜ ਖੇਤ ਕੋ ਖਾਈ। ਕਿਉਂਕਿ ਸਰਕਾਰ ਲੋਕਾਂ ਦੀ ਹੈ, ਲੋਕ ਸਰਕਾਰ ਦੇ ਨੇ। ਪਰ ਹੋ ਕੀ ਰਿਹਾ? ਉਹਦੇ ਵਿੱਚ ਇੱਕ ਤੀਜੀ ਧਿਰ ਉੱਠ ਕੇ ਉਹ ਸਰਕਾਰ ਨੂੰ ਵੀ ਵਲੇਟੀ ਫਿਰਦੀ ਹੈ ਤੇ ਲੋਕਾਂ ਦੇ ਹੱਕਾਂ ਨੂੰ ਵੀ ਉਹਨੇ ਬਲੀ ਚਾੜ ਦਿੱਤਾ ਹੋਇਆ, ਜਿਹਨੂੰ ਨਿੱਜੀ ਮਫਾਦ ਤੇ ਪ੍ਰਾਈਵੇਟ, ਅਸੀਂ ਕਿਸੇ ਵੀ ਪੱਖ ਤੋਂ ਅੱਜ ਗੁਰੂ ਗ੍ਰੰਥ ਸਾਹਿਬ ਲਈ ਆਏ ਹੋਏ ਆ। ਤੇ ਕਦੇ ਲੋਕਾਂ ਨੇ ਸਰਕਾਰ ਬਣਾਈ, ਸਰਕਾਰ ਨੇ ਲੋਕਾਂ ਦੀ ਜਾਨ, ਮਾਲ, ਇੱਜ਼ਤ ਦੀ ਰਾਖੀ ਲਈ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਭਾਵਨਾਵਾਂ ਨੂੰ ਖਿਆਲ 'ਚ ਰੱਖਣ ਲਈ ਕਾਨੂੰਨ ਬਣਾਇਆ ਔਰ ਉਸ ਕਾਨੂੰਨ ਨੂੰ ਲਾਗੂ ਕਰਨ ਲਈ ਪੁਲਿਸ ਪ੍ਰਸ਼ਾਸਨ ਪੈਦਾ ਕੀਤਾ ਗਿਆ, ਜਿਹੜਾ ਲੋਕਾਂ ਦੇ ਟੈਕਸਾਂ ਨਾਲ ਚੱਲਦਾ ਹੈ, ਲੋਕਾਂ ਦੇ ਇੱਕ ਪਾਈ ਨਾਲ ਚੱਲਦਾ ਹੈ, ਕਮਾਈ ਹੋਈ ਨਾਲ। ਔਰ ਉਸ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਅੱਜ ਇੰਜ ਲੱਗਦਾ ਹੈ ਕਿ ਸਰਕਾਰ ਕਾਨੂੰਨ ਜਿਹੜਾ ਲਾਗੂ ਕਰਾਉਣਾ ਸੀ, ਉਹੀ ਸਰਕਾਰ ਕਾਨੂੰਨ ਦੀਆਂ ਧੱਜੀਆਂ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਉਡਾ ਰਹੀ ਹੈ। ਤੇ ਪ੍ਰਸ਼ਾਸਨ ਅੱਜ ਕੇਵਲ ਰਖੇਲ ਬਣ ਕੇ ਇੱਕ ਕਾਨੂੰਨ ਦੀ ਨਹੀਂ, ਕਿਸੇ ਮੰਤਰੀ ਦੀ ਬਣ ਕੇ ਰਹਿ ਗਿਆ ਹੈ, ਕਿਸੇ MLA ਦੀ, ਕਿਸੇ ਹੋਰ ਝੋਲੀ ਚੁੱਕ ਉਸ ਬੰਦੇ ਦੀ ਜਿਹਦੀ ਸਰਕਾਰੀ ਦਰਬਾਰੇ ਚੱਲਦੀ ਹੈ। ਉਹ ਆਪਣੀ ਮਰਜ਼ੀ ਨਾਲ IAS IPS ਨੂੰ ਘੁਮਾਈ ਫਿਰਦਾ, ਤੇਰੇ ਕਾਨੂੰਨ ਨੂੰ ਮੈਂ ਕੀ ਕਰਨਾ? ਜੇ ਇਹ ਗੱਲ ਸੱਚ ਨਹੀਂ ਤੇ ਫਿਰ ਸਾਨੂੰ ਆ ਮੁਕੱਦਮਾ ਦਰਜ ਕਰਾਉਣ ਲਈ 2 ਮਹੀਨੇ ਉੱਥੇ ਹੋਕਾ ਕਿਉਂ ਦੇਣਾ ਪੈਂਦਾ? ਕਿਉਂਕਿ ਸੁਪਰੀਮ ਕੋਰਟ ਦੀ ਸਟੇਟਮੈਂਟ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਨੇ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਖਿਲਵਾੜ ਕਰਨ ਵਾਲੇ ਤੇ ਕ੍ਰਾਈਮ ਕੇਸ, ਅਪਰਾਧੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਔਰ ਉਹ ਬਣਦਾ ਹੈ। ਉਹਦੇ ਮੁਤਾਬਕ ਅਸੀਂ ਮੰਗ ਕੀਤੀ ਕਿ ਇਹ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਬਾਦਲ ਕੋੜਮਾ ਸ਼੍ਰੋਮਣੀ ਕਮੇਟੀ ਤੇ ਜਿਨਨੇ ਕਬਜ਼ਾ ਕੀਤਾ ਉਹ ਆਪਣੀ ਪੜਤਾਲੀਆ ਰਿਪੋਰਟ 'ਚ ਮੰਨੀ ਬੈਠਾ ਹੈ, ਇਹ ਸਾਡੇ ਤੋਂ ਹੋਇਆ ਹੈ। ਪਰ ਉਹ ਮੁਕੱਦਮਾ ਦਰਜ
हुण तक क्यों नहीं होया? पुलिस प्रशासन की की मजबूरी है ते कैप्टन सरकार की की मजबूरी है? असीं स्पीकर साहब के सामने रखण आए हैं भी इनू सुनो, पुछो कि कैप्टन साहब तुसीं लोकां नूं 2017 च बुद्धू बनाया, पोथी फड़ के बाणी दी भरे आवाम च गल कह दी, मैं बाणी दी सौं खा के कहना है गुरु ग्रंथ साहिब दे दोखियां नूं जेलां च देंगा ते नशा मुक्त पंजाब नूं करांगा। कित्थे है तुहाडीआं कसमां? इन्ना वड्डा झूठ पंजाब दे लोकां नाल। एक बंदा किसी दे शरीर का कतल करता है, एक बंदा किसी दियां भावनावां का कतल कर जाता है जिहड़ियां कि उहदे तो भी खतरनाक ने। और ये भावनावां साडे की इस मंत्री मंडल ने कीतियां जां नहीं? इस स्पीकर साहब नूं पुछना पो उन्हां मंत्रियां संतरियां नूं जवाब दिओ। की ख्याल है? इत्थे सौं खाधी गई, होया उल्ट। पर जे ये मुकदमा दर्ज ना होया ते जे ये कैप्टन साहब लोकां नूं गुमराह कर सकदे ने बाणी दी पोथी फड़ के, असीं पढ़ के सुचेत करांगे बाणी दी पोथी। और 13,000 करीबन जेड़े पिंड ने, पिंड पिंड जाके होका देंगे। ये कैप्टन सरकार बादलों दी यार है, ये बादल बचाउण ते लगी हुई है, इनू गुरु ग्रंथ साहिब नाल कोई मतलब नहीं है। गुरु ग्रंथ साहिब जी का प्रकाश घर च रखी बैठा है, एक पखंड है, होर कुछ नहीं है। जे कोई सिक्खी वाली गल हुंदी, कोई इंसानियत वाली गल हुंदी, अज गुरु ग्रंथ साहिब जी के स्वरूप ब्लैक विच विक जाते। ते जे गुरु ग्रंथ साहिब ब्लैक विच विक गया, मैनू खिमा कर दिया जे, इत्थे आम बंदे की राखी तुसी की करोगे? ये पुलिस प्रशासन तो मूक दर्शक बन के बैठा होया जी। पर जे किते मेरे वर्गा सच बोल दे, जूए पीए का केस बनावेगा। किथे कानून है, किथे कानून दे राखे ते किथे मंत्री मंडल जेड़ा इन्नियां गड्डियां ते इन्ना बोझ पंजाब दे सिर ते पाई फिरदा है। लखां गनमैन, लखां अरबां दीयां तनखावां ने, ये पंजाब दा क्यों सत्यानाश करन ते लगे होए आ? ये किहड़ी सेवा है? कदे सेवा कीती जांदी सी, लोग 1-1 रुपया इकट्ठा करते सी, मैं अपने इलाके का मंत्री चुनना है, मैं उन्होंने पैसों नाल तोलना है। हुण तां मंत्री जी नूं आप जाना पैंदा लोकां च वंडण। ये ब्लैकमेल काम शुरू होया। आओ उल्टी वाड़ खेत को खाई। गुरु नानक साहब जी ने कदे बाबर नूं जाबर कहा सी, बाबर सौं तां इंसाफ दी खाधी सी, जंज पाप दी क्यों? जे कोई धार्मिक बंदे ने धर्म नूं पखंड बनाया ते गुरु नानक साहब ने उन्होंने भी नहीं बख्शिया, जां तां धर्म छड्ड दे जां पखंड छड्ड दे। जे प्रजा ने पखंड नूं रब आख्या ते महाराज जी ने प्रजा नूं भी कह दिता, पखंड नूं रब ना आखो, रब ना जुड़ के खुद रब बनने की कोशिश करो, क्योंकि परमेश्वर ने राह दस्या होया, मनुख ने परमेश्वर किवें होना है। जे किसी ने 2 नंबर दे विच किसी नाल हेरा फेरी कीती ते महाराज जी ने कहता, मलक भागो ये लोकां तो खो के नहीं वंड के सुकून मिलता है, तू तो सारा कुछ ही हड़पी बैठा है, आ भी मेरा किथे लेके जाना है? बंदा मड़ियां दे नाल घिरना करदा है, होर पंचायती जमीनां दूजियां तीजियां नूं अपनी बनाउण दी कोशिश करदा है, जेड़ियां अपनियां बनाईयां सी ओह छड्ड दित्तियां ते जेड़ी मड़ी दी मिट्टी नाल घिरना करदा सी उस मिट्टी ने फिर जगह दित्ती, आ निघरिया घरे आओ। बाबा फरीद साहब कहंदे मड़ियां दी मिट्टी ने तेनू फिर थां दे देनी है, जिहदे नाल तू नफरत कर रहा है ते जेड़ियां जमीनां दबल्ली बैठा इन्हां तेरे नाल नहीं जाना। सच्चाई। आओ उन्हां हक्कां दी खातर मैं बेनती करदा गुरु घर दा कीर्तनिया सिख सद्भावना दल दा सेवादार होने नाते स्पीकर साहब, ये कुर्सियां सदा निजे रहनियां, ये शरीर भी सदा निजे रहना। ये गनमैन ने जो कुछ आ बंगले वेखदे आ ना, एक दिन च सब कुछ मिट्टी होना है, छड्ड के जाना है। किधरे ऐसा ना होवे जिंदगी लैके आए ते पापां दी पंड लैके चले, इदां ना करियो। जिंदगी लैके आए आ, खजाना लैके जायो। जिन्नी नाम ते आया गए मशक्कत घाल, नानक ते मुखुजले केती, छुट्टी नाल सच्चे मार्ग चलदियां उस्तत करे जहान। इन्ने क सच दे मार्ग ते चलियो कि तुहानू लोगां दे घरां च वंडण ना जाना पवे।
लोग तुहाडे घरां च आके कहण साडा तन मन धन सारा साडे साडे लीडर दे मगर है, आगू दे मगर है। तुहानू आटा दाल स्कीमां ना देणियां पैण, सहूलतां ना वंडणियां पैण, लोग इन्ने क तकड़े होण कि ਉਹ ਤਾਂ ਤੁਹਾਡੇ ਪੈਰਾਂ ਦੇ ਥੱਲੇ ਨਾ ਹੱਥ ਰੱਖਦੇ ਹੋਣ ਜਿਵੇਂ ਰਾਜੇ ਪਰਿਸ਼ਦ ਵਰਗਿਆਂ ਦੇ ਰੱਖੇ ਗਏ। ਆਓ ਅੱਜ ਤੁਹਾਨੂੰ ਜ਼ਮੀਰ ਜਗਾਊ ਹੋਕਾ ਦੇਣ ਵਾਸਤੇ ਆਏ ਆ। ਜੇ ਗੁਰੂ ਗ੍ਰੰਥ ਸਾਹਿਬ ਜੀ ਲਈ ਤੁਹਾਡੀ ਰਸਨਾ ਤੋਂ ਕੋਈ ਬੋਲ ਨਾ ਨਿਕਲਿਆ ਤੇ ਖਿਮਾ ਕਰ ਦਿਆ ਜੇ, ਮਰਜ਼ੀ ਤੁਹਾਡੀ ਹੈ। ਜੜ ਲਾ ਕੇ ਰੱਖਣੀ ਹੈ ਕਿ ਪੁੱਟਣੀ ਹੈ, ਆਪਣ ਹੱਥੀਂ ਆਪਣੀ ਜੜ ਆਪ ਉਪਟੇ। ਝੂਠ ਦਾ ਸਾਥ ਦਿਓਗੇ ਤਾਂ ਤੁਹਾਡੀਆਂ ਜੜਾਂ ਪੁੱਟੀਆਂ ਜਾਣੀਆਂ ਨੇ। ਸੱਚ ਦੇ ਮਾਰਗ ਦੇ ਧਾਰਨੀ ਬਣ ਗਏ ਤੇ ਤੁਹਾਡੀਆਂ ਜੜਾਂ ਨੂੰ ਕੋਈ ਹਿਲਾ ਨਹੀਂ ਜੇ ਸਕਦਾ। ਗੁਰੂ ਨਾਨਕ ਦੇ ਘਰ ਦੇ ਵਾਰਸਾਂ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪੁੱਤਰ, ਸੁਖਮਨੀ ਸਾਹਿਬ ਪੜਨ ਵਾਲੇ ਆ, ਜਪਜੀ ਸਾਹਿਬ ਕਮਾਉਣ ਵਾਲੇ ਆ। ਇਹ ਉਹ ਸਾਰੇ ਸਿੱਖ ਬੈਠੇ ਨੇ ਜਿਨ੍ਹਾਂ ਦੀ ਜ਼ਬਾਨ ਤੋਂ 2 ਟਾਈਮ ਰੋਜ਼ ਨਿਕਲਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਉਹ ਲੋਕ ਨੇ। ਅਸੀਂ ਕੋਈ ਕੁਰਸੀਆਂ ਦੀ ਖਾਤਰ ਨਹੀਂ ਆਏ, ਕੁਰਸੀਆਂ ਮੁਬਾਰਕਬਾਦ ਤੁਹਾਨੂੰ, ਪਰ ਇਹਨਾਂ ਕੁਰਸੀਆਂ ਤੇ ਬਹਿ ਕੇ ਆਪ ਨਿੱਘ ਬਾਣੋ ਤੇ ਸਾਨੂੰ ਸੇਕ ਦਿਓ, ਇਹ ਗੱਲ ਮਾੜੀ ਹੈ। ਚਾਹੀਦਾ ਸੀ ਤੁਸੀਂ ਸੇਕ ਝੱਲ ਕੇ ਪੰਜਾਬ ਦੇ ਲੋਕਾਂ ਨੂੰ ਨਿੱਘ ਦਿੰਦੇ, ਪੰਜਾਬ ਦੇ ਹਿੱਤਾਂ ਲਈ ਆਪ ਵਿਕ ਜਾਂਦੇ। ਪਰ ਇੱਥੇ ਤੇ ਆਪਣੇ ਲਈ ਪੰਜਾਬ ਵੇਚਣ ਤੇ ਲੱਗੇ ਹੋਏ ਆ। ਧਰਤੀ ਵੇਚ ਦਿਓ, ਪੌਣ ਵੇਚ ਦਿਓ, ਪਾਣੀ ਵੇਚ ਦਿਓ, ਕਿਸਾਨੀ ਵੇਚ ਦਿਓ, ਜਵਾਨੀ ਵੇਚ ਦਿਓ, ਅਜ਼ਮਤ ਵੇਚ ਦਿਓ, ਸੰਨਤ ਵੇਚ ਦਿਓ, ਇੱਥੇ ਦੀ ਜੋ ਕੁਝ ਬਚਿਆ ਵੇਚ ਦਿਓ। ਅਖੀਰੀ ਗੁਰੂ ਗ੍ਰੰਥ ਸਾਹਿਬ ਜੀ ਜਿਨਨੇ ਸਾਨੂੰ ਠੰਡ ਪਾਉਣੀ ਸੀ ਕਹਿੰਦੇ ਉਹ ਵੀ ਵੇਚ ਦਿਓ, ਬਚੂ ਕੀ? ਅਸੀਂ ਹੁਣ ਜੜ ਨੂੰ ਹੱਥ ਪਾ ਲਿਆ। ਤੇ ਮੈਂ ਇੱਕ ਸਿਕੰਦਰ ਦੀ ਗੱਲ ਕਹਿ ਕੇ ਸੰਪੂਰਨਤਾ ਕਰਾਂ ਕਿਉਂਕਿ 5-7 ਮਿੰਟ ਬਾਬਾ ਜੀ ਨੇ ਤੁਹਾਡੇ ਸਨਮੁਖ ਹੋਣਾ ਹੈ। ਸਿਕੰਦਰ ਨੇ ਦੁਨੀਆ ਲੁੱਟ ਲਈ ਤੇ ਕਿਸੇ ਮਹਾਂਪੁਰਸ਼ ਨੇ ਕਹਿ ਦਿੱਤਾ, ਉਹ ਸਿਕੰਦਰ ਨਾਲ ਕੀ ਲੈ ਕੇ ਜਾਏਗਾ? ਇੱਕ ਸੂਈ ਰੱਖ ਲੈ, ਹੀ ਲੈ ਜਾਈ, ਉੱਥੇ ਲਵਾਂਗੇ। ਕਹਿੰਦਾ ਨਾਲ ਤਾਂ ਕੁਛ ਨਹੀਂ ਜਾਣਾ। ਤੇ ਫਿਰ ਕਾਦੇ ਲਈ ਲੋਕਾਂ ਨੂੰ ਤਾ ਦੇ ਰਿਹਾ, ਕਾਦੇ ਲਈ ਇਕੱਠਾ ਕਰੀ ਬੈਠਾ ਹੈ? ਹਰ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਕਿਉਂ? ਅਕਲ ਆ ਗਈ। ਤੇ ਸਿਕੰਦਰ ਕਹਿਣ ਲੱਗਾ, ਜੀ ਜਦੋਂ ਮੈਂ ਮਰਨਾ ਨਾ ਆਪਣੇ ਮੰਤਰੀ ਸੰਤਰੀ ਇਕੱਠੇ ਕਰ ਲੈ, ਕਹਿੰਦੇ ਬਾਹਾਂ ਅਰਥੀ ਚੋਂ ਬਾਹਰ ਕੱਢ ਦਿਓ, ਇੱਕ ਤਖਤੀ ਲਿਖ ਦਿਓ। ਜਿਹੜਾ ਸਿਕੰਦਰ ਦੂਜਿਆਂ ਨੂੰ ਖਾਲੀ ਹੱਥ ਕਰਦਾ ਰਿਹਾ ਲੁੱਟ ਕੇ, ਅੱਜ ਖਾਲੀ ਜਾ ਰਿਹਾ। ਲੋਕੋ ਲੁੱਟਿਓ ਨਾ ਕਿਸੇ ਨੂੰ। ਪਰ ਪੰਜਾਬ ਦੇ ਵਿੱਚ ਕੈਪਟਨ ਤੇ ਬਾਦਲ ਉਹ ਸਿਕੰਦਰ ਬਣ ਗਏ। ਮੈਨੂੰ ਖਿਮਾ ਕਰਦੇ ਆ ਜੀ, ਇਹ ਕਹਿੰਦੇ ਨਾਲ ਤਾਂ ਕੱਖ ਨਹੀਂ ਜਾਣਾ, ਛੱਡ ਕੇ ਇੱਥੇ ਵੀ ਕੱਖ ਨਹੀਂ ਜਾਵਾਂਗੇ। ਸਿਕੰਦਰ ਦੇ ਬਾਪ ਬਣਨ ਦੀ ਕੋਸ਼ਿਸ਼ ਕਰ ਰਿਹਾ। ਇਹ ਗਲਤੀ ਨਾ ਕਰਿਓ। ਕੈਪਟਨ ਸਾਹਿਬ ਨੂੰ ਸਾਡਾ ਸਪੀਕਰ ਸਾਹਿਬ ਜ਼ਰੂਰ ਸੁਨੇਹਾ ਪਹੁੰਚਾਇਓ। ਤੁਸੀਂ ਸਪੀਕਰ ਹੋ, ਤੁਹਾਡੀ ਗੱਲ ਸੁਣੀ ਜਾਂਦੀ ਹੈ ਤੇ ਤੁਹਾਨੂੰ ਸਾਡੇ ਹਿੱਤਾਂ ਲਈ ਚੁਣਿਆ ਗਿਆ ਹੈ, ਨਾ ਕਿ ਸਾਡੇ ਤੇ ਚੌਧਰ ਬਣਾਉਣ ਲਈ ਵੀ ਇਹ ਉਹਨਾਂ ਦਾ ਸਾਰਾ ਕੁਛ ਹੈ ਜੀ, ਇੱਧਰ ਇਹਨੂੰ ਹੁੰਦਾ ਜੀ। ਨਹੀਂ, ਇਹ ਸਾਡੇ ਟੈਕਸਾਂ ਤੋਂ ਸਾਰਾ ਕੁਝ ਚੱਲ ਰਿਹਾ ਹੈ, ਇਹ ਸਾਰਾ ਕੁਛ ਲੋਕਾਂ ਦਾ ਹੈ। ਤੇ ਫਿਰ ਲੋਕਾਂ ਲਈ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸਾਡੀ ਆਵਾਜ਼ ਹੋਵੇ। ਸਾਨੂੰ ਫਿਰ ਇਹ ਮਹਿਸੂਸ ਨਾ ਹੋਵੇ ਕਿ ਸਪੀਕਰ ਸਾਹਿਬ ਦੀ ਆਵਾਜ਼ ਸਾਡੀ ਨਹੀਂ ਹੈ, ਇਹ ਪੰਜਾਬ ਦੇ ਹਿੱਤਾਂ ਦੀ ਨਹੀਂ ਹੈ। ਇੱਕ ਜਾਂ ਇੱਕ ਮੰਤਰੀ ਸਾਨੂੰ ਕਹਿੰਦਾ ਜੀ ਜੋ ਕਰਨਾ ਕੈਪਟਨ ਸਾਹਿਬ ਨੇ ਕਰਨਾ ਹੈ। ਮੈਂ ਕਿਹਾ ਫਿਰ ਤੁਸੀਂ ਮੰਨ ਲਓ ਵੀ ਕੈਪਟਨ ਦੇ ਸਿਰ ਹੀ ਹੋ, ਜੋ ਕਰਦਾ ਕੈਪਟਨ ਹੀ ਕਰਦਾ। ਮੰਤਰੀ ਮੰਡਲ ਐਡਾ ਵੱਡਾ ਬੋਝ ਕਾਹਦੇ ਲਈ ਪੰਜਾਬ ਤੇ ਪਾਇਆ ਹੋਇਆ? ਫਿਰ ਇੱਕੋ ਕੈਪਟਨ ਹੀ ਰੱਖ ਲਓ ਨਾ, ਵੀ ਫੈਸਲੇ ਉਹੀ ਕਰੂ। ਬਾਕੀ ਮੰਤਰੀ ਮੰਡਲ ਘਰ ਘੱਲੋ, ਕਾਹਦੀਆਂ ਤਨਖਾਹਾਂ, ਕਾਹਦੀਆਂ ਪੈਨਸ਼ਨਾਂ, ਕਾਹਦੇ ਗਨਮੈਨ। ਤੁਸੀਂ ਫਿਰ ਇੱਕ ਸੀਰੀ ਬਣ ਕੇ ਰਹਿ ਗਏ ਹੋ। ਇਹਦਾ ਮਤਲਬ ਤੁਸੀਂ ਆਪਣੇ ਇਲਾਕਿਆਂ ਦੀ ਆਵਾਜ਼ ਬੰਦ ਕਰਕੇ ਤੇ ਆਪਣੀਆਂ ਏਜੰਸੀਆਂ ਤੇ ਪੰਪ ਪੈਟਰੋਲ ਤੇ ਦੂਜਾ ਤੀਜਾ ਲੈ ਲਿਆ ਹੋਣਾ ਵੀ ਮੇਰਾ ਬਾਕੀ ਖਤਮ ਕਰ ਦਿਓ। ਇਸ ਲਈ ਜੇ ਮੰਤਰੀ ਮੰਡਲ ਕੈਪਟਨ ਸਾਹਿਬ ਦਾ ਸੀਰੀ ਬਣ ਗਿਆ ਹੈ ਤੇ ਫਿਰ ਉਹਨਾਂ ਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ। ਪੰਜਾਬ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਜੇ ਮੰਤਰੀ ਮੰਡਲ ਦੇ ਵਿੱਚ ਕੋਈ ਹਿੰਮਤ ਹੈ ਤੇ ਫਿਰ ਉਹ ਕੈਪਟਨ ਸਾਹਿਬ ਨੂੰ ਪੁੱਛਣ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਤੇ ਹੁਣ ਤੱਕ ਮੁਕੱਦਮਾ ਦਰਜ ਕਿਉਂ ਨਹੀਂ ਹੋਇਆ? ਬਾਈਬਲ ਕਲਾਂ ਵਾਲੀ ਤਾਂ ਗੱਲ ਛੱਡੋ, ਤਾਂ ਪਿੱਛੇ ਸੀਗੀ, ਉਹ ਵੀ ਨਹੀਂ ਹੋਈ। ਆ ਦੂਜੀ 300, ਉਹ ਤਾਂ ਇੱਕ ਸਰੂਪ ਸੀ ਮਹਾਰਾਜ ਜੀ ਦਾ, ਇੱਥੇ 328 ਸਰੂਪ ਨੇ। ਇਸ ਲਈ ਅੱਜ ਅਸੀਂ ਹੋਕਾ ਦੇਣ ਆਏ ਆ। ਨਹੀਂ ਕਰੋਗੇ ਤੇ ਫਿਰ ਸਿੱਖ ਨੀਤੀ ਲਿਆਵਾਂਗੇ,
पंथ रुशनावांगे। 100 साल पहला महंतां दीयां जड़ां पुट्टियां सी, हुण बादलकियां दीयां पुट्टांगे ते मुड़ के बादलों के यारां दीयां भी पुट्टांगे जिहड़े उन्हां नूं हुण तक बचाउण ते लगे होए आ। कैप्टन सरकार ने हुण तक बादल कोड़मे नूं बचाया है। असीं ऐलानिया कह रहे हां क्योंकि ये कानून बनदे सन। सुप्रीम कोर्ट, हाई कोर्ट, कोर्ट काहदे वास्ते जे साडी आवाज़ नहीं सुनी जानी। ते स्पीकर साहब 8 जनवरी साडी तरीक जज साहब ने पाई हुई आ। 8 जनवरी तक पुलिस प्रशासन स्टे को उन्होंने जिहड़े ऑर्डर सीगे वो कीते होए आ, स्टेट्स को ऑर्डर कीते होए आ। दसो इस मुकदमे च इस एप्लीकेशन ते की होया ते 8 जनवरी नूं जवाब देना पैना पुलिस नूं। ते जे चंगी गल है कि तुसीं इतिहास नूं काले अखरां च सरकार ना लिखे कि कोर्ट नूं कह के ऑर्डर कराने पैण, बड़ी बेइज्जती वाली गल हो प्रशासन वास्ते। इसलिए असीं अगाऊं तुहानूं सुचेत करदे हां ते अगले आने वाले समय च करते रवांगे। तुसीं आए हो, जियो आया नूं, जे वो मसला तुसीं निबेड़ देने हो वधिया गल है। असीं सरबत दा भला मंगण वाले, नहीं करोगे ते फिर गुरु नानक साहब जी ने जिथे 7 पुश्तां दा राज दिता सी बाबर नूं, राज दिता, कहन लगे किन्ना चिर, कहंदे जिदन इंसाफ निकल गया उदन जड़ां पुट्टियां जाणगियां। कैप्टन साहब तुहाडे वड्डियां ने ढिड वजा के राज तां ले ले ते जे हाँ ढिड वजाउण वालियां दे हुण जे ढिड आफर गए ने तां फिर गुरु उन्हां दी फूह कढणी भी जाणदा है। ये कुदरत बड़ी तकड़ी है, ये ध्यान च रख लियो। असीं ठंड च एवें नहीं बैठे होए, वो परमेश्वर सानू भी वेख रहा है ते तुहानू भी वेख रहा है। ਇਹਦਾ मकसद की है? एक पासे ਦਾ ਸਾਰਾ ਪੰਜਾਬ ਦਿੱਲੀ ਬੈਠਾ ਤੇ ਤੁਸੀਂ ਅੱਜ ਇੱਥੇ ਮੰਗ ਲੈ ਕੇ ਆਏ ਹੋ, ਕੀ ਕਰਨਾ? ਗੁਰਦੁਆਰਾ ਕਾਲ ਬੁੰਗਾ ਸਾਹਿਬ ਤੇ ਸਿੱਖ ਸਦਭਾਵਨਾ ਦਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 328 ਸਰੂਪ ਮਹਾਰਾਜ ਜੀਆਂ ਦੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕੋੜਮੇ ਵੱਲੋਂ ਖੁਰਦ-ਬੁਰਦ ਕੀਤੇ ਨੇ, ਉਹਨਾਂ ਦੇ ਇਨਸਾਫ ਲਈ ਪਿਛਲੇ 4 ਨਵੰਬਰ ਤੋਂ ਅਸੀਂ ਪੰਥਕ ਹੋਕਾ ਦੇ ਰਹੇ ਹਾਂ। ਅੱਜ 2 ਮਹੀਨੇ ਹੋ ਗਏ। ਪੰਜਾਬ ਸਰਕਾਰ ਦੇ ਕੰਨ ਤੇ ਜੂ ਨਾ ਸਰਕਣ ਕਰਕੇ ਉਸ ਸੰਘਰਸ਼ ਨੂੰ ਤਿੱਖਾ ਕਰਦੇ ਹਾਂ। ਅਸੀਂ ਪਿਛਲੇ ਦਿਨੀ ਜੇਲ੍ਹ ਮੰਤਰੀ ਦੇ ਘਰ ਗਏ ਸਾਂ, ਫਿਰ ਤ੍ਰਿਪਤ ਬਾਜਵਾ ਦੇ ਗਏ। ਅੱਜ ਅਸੀਂ KP ਰਾਣਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਘਰ ਦੇ ਬਾਹਰ ਰੋਪੜ ਵਿੱਚ ਪਹੁੰਚੇ ਹੋਏ ਹਾਂ। ਇਹ ਜ਼ਮੀਰ ਜਗਾਊ ਹੋਕਾ ਦੇਣ ਵਾਸਤੇ, ਇਹ ਕੋਈ ਵਿਖਾਵਾ ਪ੍ਰਦਰਸ਼ਨ ਨਹੀਂ ਆ। ਜ਼ਮੀਰ ਜਗਾਊ ਪੰਥਕ ਹੋਕਾ ਦੇਣ ਆਏ ਆ। ਰਾਜ ਕਰਨ ਨੂੰ ਜਮਾਂਦਰੂ ਹੱਕ ਸਮਝਣ ਵਾਲਿਓ, ਸਾਡੇ ਹੱਕਾਂ ਲਈ ਉਹਨਾਂ ਆਪਣੇ ਫਰਜ਼ ਅਦਾ ਕਰਨ ਨੂੰ ਫਰਜ਼ ਵੀ ਸਮਝੋ। ਇਹ ਉਹਨਾਂ ਨੂੰ ਚੇਤੇ ਕਰਾਉਣ ਵਾਸਤੇ ਇੱਥੇ ਪਹੁੰਚੇ ਆ ਕਿ ਜਦੋਂ ਕਿ ਕਾਨੂੰਨੀ ਅਪਰਾਧ ਹੋਇਆ, ਉਸ ਅਪਰਾਧ ਮੁਤਾਬਕ ਕਾਨੂੰਨ ਜਿਹੜਾ ਉਹ ਕਹਿ ਰਿਹਾ ਵੀ ਇਹਦੇ ਤੇ FIR ਦਰਜ ਹੋਣੀ ਚਾਹੀਦੀ ਹੈ, ਤੇ ਅੱਜ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕਰ ਰਹੀ। ਇਸ ਲਈ ਅਸੀਂ ਜਿਹੜੇ ਉਹਨਾਂ ਦੇ ਮੰਤਰੀ ਮੰਡਲ ਦੇ ਜਿੰਨੇ ਮੰਤਰੀ ਆ, ਉਹਨਾਂ ਸਾਰਿਆਂ ਦੇ ਘਰਾਂ ਦੇ ਮੋਹਰੇ ਇਹ ਪੰਥਕ ਹੋਕਾ ਜ਼ਮੀਰ ਜਗਾਊ ਜਿਹੜਾ ਵਾਰ-ਵਾਰ ਦੇ ਰਹੇ ਆ। ਅੱਜ ਤੀਸਰਾ ਦਿਨ ਸੀ ਸਾਡਾ ਇੱਥੇ ਦਾ, ਅਜੇ ਬਾਕੀ ਹੋਰ ਨੇ। ਤੇ ਜਿੱਥੋਂ ਤੱਕ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ, ਸਾਡੀ ਜਥੇਬੰਦੀ ਦਿੱਲੀ ਵੀ ਜਾ ਕੇ ਬੈਠੀ ਹੋਈ ਆ। ਅਸੀਂ ਵੀ 10-10 ਦਿਨ ਬਾਬਾ ਜੀ ਵੀ ਤੇ ਮੈਂ ਵੀ ਲਾ ਕੇ ਆਏ ਹਾਂ। ਔਰ ਕਿਸਾਨ ਵੀਰ ਜਿਹੜੇ ਨੇ ਉਹਨਾਂ ਦੀ ਜ਼ਮੀਰ ਗੁਰੂ ਗ੍ਰੰਥ ਸਾਹਿਬ ਹੈ ਤੇ ਸਰੀਰ ਕਿਸਾਨ ਹੈ। ਇਸ ਲਈ ਨਾ ਉਹ ਗੁਰੂ ਗ੍ਰੰਥ ਸਾਹਿਬ ਛੱਡ ਸਕਦਾ ਹੈ ਤੇ ਨਾ ਉਹ ਕਿਸਾਨੀ ਛੱਡ ਸਕਦਾ ਹੈ। ਤੇ ਅਸੀਂ ਉਹ ਉੱਥੇ ਦਿੱਲੀ ਬਹਿਣ ਵਾਲੇ ਜਿਹੜੇ ਨੇ ਉਹ ਸਾਨੂੰ ਇਹ ਕਹਿ ਰਹੇ ਆ ਵੀ ਤੁਸੀਂ ਇਹ ਪੰਥਕ ਹੋਕੇ ਦੀ ਆਵਾਜ਼ ਨੂੰ ਬੁਲੰਦ ਰੱਖਿਓ। ਅਸੀਂ ਫਤਿਹ ਕਰਕੇ ਮੋਰਚਾ ਤੇ ਤੁਹਾਡੇ ਵਾਲਾ ਵੀ ਆ ਕੇ ਫਤਿਹ ਕਰਾਵਾਂਗੇ। ਸਾਨੂੰ ਵੱਖ ਨਾ ਸਮਝਿਓ। ਸਾਡਾ ਸਰੀਰ ਕਿਸਾਨ ਹੈ ਤੇ ਸਾਡੀ ਜ਼ਮੀਰ ਗੁਰੂ ਗ੍ਰੰਥ ਸਾਹਿਬ ਜੀ ਆ। ਅਗਰ ਕੈਪਟਨ ਸਰਕਾਰ ਨੇ ਅਜਿਹਾ ਨਾ ਕੀਤਾ ਤੇ ਫਿਰ ਸਾਡਾ ਅਗਲਾ ਪ੍ਰੋਗਰਾਮ ਜਿਹੜਾ ਹੋਊਗਾ ਉਹ ਫਿਰ ਇਦੋਂ ਵੀ ਤਿੱਖਾ ਹੋਊਗਾ। ਉਹ ਫਿਰ ਉਦੋਂ ਦੱਸਿਆ ਜਾਊਗਾ। ਅੱਛਾ, ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਤਾਂ ਧਾਰਮਿਕ ਸਜ਼ਾ ਲਾ ਦਿੱਤੀ ਗਈ ਆ, ਉਹ ਮਨਜ਼ੂਰ ਨਹੀਂ ਹੈਗੀ ਤੁਹਾਨੂੰ? ਵੇਖੋ ਜੀ, ਜੇ ਅਕਾਲ ਤਖਤ ਸਾਹਿਬ ਦੋਸ਼ੀ ਮੰਨਦਾ ਹੈ ਵੀ ਇਹਨਾਂ ਦੋਸ਼ ਕੀਤਾ ਹੈ, ਤੇ ਫਿਰ ਇੰਜ ਕਰੋ ਜਿਹੜੇ ਬਾਕੀ ਗੁਰੂ ਗ੍ਰੰਥ ਸਾਹਿਬ ਦੀਆਂ ਨਰਾਦਰੀਆਂ ਦੇ ਵਿੱਚ ਜੇਲ੍ਹਾਂ 'ਚ ਪਚਾਏ ਨੇ ਉਹਨਾਂ ਨੂੰ ਵੀ ਬਾਹਰ ਕੱਢ ਕੇ ਤੇ ਅਕਾਲ ਤਖਤ ਤੇ ਸਜ਼ਾ ਲਾ ਕੇ ਝਾੜੂ ਮਰਾ ਕੇ ਛੱਡ ਦਿਓ, ਤੇ ਜਾਂ ਫਿਰ ਇਸ ਬਾਦਲ ਕੋੜਮੇ ਨੂੰ ਵੀ ਜੇਲ੍ਹ 'ਚ ਭੇਜ ਦਿਓ, ਤਾਂ ਇਨਸਾਫ ਹੁੰਦਾ ਹੈ। ਸਾਡੇ ਲਈ ਜੇਲ੍ਹਾਂ, ਇਹਨਾਂ ਲਈ ਝਾੜੂ ਤੇ ਕੌਲੀਆਂ ਤੇ ਉਹ ਭਾਂਡੇ ਕਿਉਂ? ਇਹ ਸਵਾਲ ਪੁੱਛੇ ਜਾਣੇ ਨੇ। ਇਹ ਉਹਨਾਂ ਦਾ ਜਥੇਦਾਰ ਆ, ਉਹਨਾਂ ਨੂੰ ਪੁੱਛਿਓ ਕਿਉਂਕਿ ਅਸੀਂ ਤੁਹਾਨੂੰ ਮੰਨਦੇ ਨੇ। ਉਹ ਉਹਨਾਂ ਨੇ ਲਾਇਆ ਹੋਇਆ। ਔਰ ਇਹ ਗੱਲ ਬਾਬਾ ਜੀ ਹੋਣਾ ਨੇ ਵੀ ਪਿਛਲੇ ਦਿਨੀ ਕਹੀ ਸੀ
ਤੇ ਮੈਂ ਬਾਬਾ ਜੀ ਹੋਣਾ ਨੂੰ ਬੇਨਤੀ ਕਰਾਂਗਾ ਕਿ ਉਹ ਦੁਬਾਰੇ ਦੱਸ ਦੇਣ ਤੁਹਾਨੂੰ। ਨਹੀਂ, ਉਹ ਕਹਿੰਦੇ ਨੇ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਹੈ ਜੀ। ਵੀ ਉਹਦੇ ਵਿੱਚ ਵੀ ਨਿਤਾਰਾ ਹੋ ਸਕਦਾ ਹੈ ਵੀ ਜੇ ਅਸੀਂ ਦੋਸ਼ੀ ਹਾਂ, ਜੇ ਧਾਰਮਿਕ ਸਜ਼ਾ ਨੂੰ ਲੋਕ ਨਹੀਂ ਮਨਜ਼ੂਰ ਕਰਦੇ ਤਾਂ ਉਹ ਦੱਸ ਦੇਣਗੇ। ਉਹਦੇ ਲਈ ਤੁਹਾਡੀ ਕੀ ਯੋਜਨਾ ਹੈਗੀ ਹੈ? ਨਹੀਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਜਦੋਂ ਗੱਲ ਆਊਗੀ ਨਾ, ਉਦੋਂ ਉੱਥੇ ਵੀ ਨਿਪਟਾਂਗੇ। ਉਦੋਂ ਪੁੱਛਾਂਗੇ ਨਾ ਵੀ ਸ਼੍ਰੋਮਣੀ ਕਮੇਟੀ ਧਾਰਮਿਕ ਆ ਕਿ ਸਿਆਸੀ ਆ, ਇਹ ਟੱਬਰ ਸਿਆਸੀ ਆ ਕਿ ਧਾਰਮਿਕ ਆ, ਇਹ ਉਦੋਂ ਦੀ ਗੱਲ ਉਦੋਂ ਕਰਾਂਗੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਦੋਸ਼ੀ ਨੇ ਔਰ ਦੋਸ਼ੀਆਂ ਤੇ ਜਿਹੜੀਆਂ ਉਹ ਮੁਕੱਦਮਾ ਦਰਜ ਹੋਣਾ ਜਦੋਂ ਕਾਨੂੰਨ ਮੰਨ ਰਿਹਾ ਹੈ ਔਰ ਉਹਦੇ ਮੁਤਾਬਕ ਇੱਕ ਵੱਡਾ ਕ੍ਰਾਈਮ ਕੇਸ ਹੈ, ਤੇ ਫਿਰ ਇਹਨੂੰ ਤੁਸੀਂ ਧਾਰਮਿਕ ਕਹਿ ਕੇ ਕਿਉਂ ਉਧਰ ਸੱਜੇ ਖੱਬੇ ਕਰਦੇ ਹੋ? ਮਹਿਕ ਵਤਨ ਦੀ ਲਾਈਵ ਅੰਤਰਰਾਸ਼ਟਰੀ ਪੰਜਾਬੀ ਮੈਗਜ਼ੀਨ। ਮਹਿਕ ਵਤਨ ਦੀ ਲਾਈਵ ਰੋਜ਼ਾਨਾ ਆਨਲਾਈਨ ਅਖਬਾਰ। ਮਹਿਕ ਵਤਨ ਦੀ ਲਾਈਵ ਵੈਬ ਟੀਵੀ। ਆਪਣੇ ਸਮਾਗਮਾਂ ਅਤੇ ਆਪਣੇ ਵਿਚਾਰਾਂ ਨੂੰ ਦੁਨੀਆ ਭਰ ਵਿੱਚ ਵਸਦੇ ਪਾਠਕਾਂ ਤੇ ਦਰਸ਼ਕਾਂ ਨਾਲ ਸਾਂਝਾ ਕਰੋ। ਮਹਿਕ ਵਤਨ ਦੀ ਲਾਈਵ ਬਿਊਰੋ ਰਾਹੀਂ ਆਪਣੇ ਸਮਾਗਮਾਂ ਦਾ ਮਹਿਕ ਵਤਨ ਦੀ ਲਾਈਵ ਵੈਬ ਟੀਵੀ ਤੇ ਸਿੱਧਾ ਪ੍ਰਸਾਰਣ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ।